ਪੰਜਾਬ ਤੋਂ ਕੁਝ ਕਿਸਾਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਸੀਗੇ। ਸੋ ਉਹਦੇ ਬਾਰੇ ਉਸ ਤੋਂ ਬਾਅਦ ਹੁਣ ਸਾਡੇ ਜਿਹੜੇ ਦੂਸਰੇ ਗੈਸਟ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਜਿਹੜੀ ਕਿ ਮੈਰਿਜ ਸਰਵਿਸ ਉਹਨਾਂ ਵੱਲੋਂ ਸ਼ੁਰੂ ਕੀਤੀ ਗਈ ਹੈਗੀ ਆ, ਇੰਟਰਨੈਸ਼ਨਲ ਅੰਮ੍ਰਿਤਧਾਰੀ ਮੈਰਿਜ ਸਰਵਿਸ। ਸੋ ਇਹਦੇ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਅੱਜ ਦੇ ਜਿਹੜੇ ਦੂਸਰੇ ਗੈਸਟ ਮਹਿਮਾਨ ਸਾਡੇ ਨਾਲ ਜੁੜੇ ਨੇ, ਦਲਜੀਤ ਕੌਰ, ਉਹਨਾਂ ਨੂੰ ਅਸੀਂ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਜੀ ਕਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਦਲਜੀਤ, ਤੁਹਾਡਾ ਅਸੀਂ ਸਵਾਗਤ ਕਰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਤੁਸੀਂ ਸਮਾਂ ਕੱਢਿਆ ਤੇ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਜਿਵੇਂ ਅਸੀਂ ਨਾਮ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਿਹੜੀ ਇਹ ਸਰਵਿਸ ਤੁਸੀਂ ਪ੍ਰੋਜੈਕਟ ਸ਼ੁਰੂ ਕੀਤਾ ਹੈਗਾ, ਇੰਟਰਨੈਸ਼ਨਲ ਅੰਮ੍ਰਿਤਧਾਰੀ ਜਿਹੜੇ ਕਿ ਮੈਰਿਜ ਸਰਵਿਸ। ਸੋ ਸਭ ਤੋਂ ਪਹਿਲਾਂ ਤਾਂ ਇਸ ਪ੍ਰੋਜੈਕਟ ਬਾਰੇ ਤੁਸੀਂ ਦਰਸ਼ਕਾਂ ਨੂੰ ਦੱਸੋ ਕਿ ਇਹ ਪ੍ਰੋਜੈਕਟ ਕੀ ਹੈਗਾ ਤੇ ਤੁਸੀਂ ਕਦੋਂ ਤੋਂ ਇਹ ਜਿਹੜਾ ਸ਼ੁਰੂ ਕੀਤਾ ਹੈ। Okay, thank you ਜੀ ਤੁਹਾਡਾ ਬਹੁਤ-ਬਹੁਤ। ਮੈਂ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਦੱਸ ਦਿੰਦੀ ਆ ਦਰਸ਼ਕਾਂ ਨੂੰ, ਜੀ ਹਨਾ। ਬਿਲਕੁਲ। So ਜਿਹੜੀ Signian Core Introductions ਹੈਗੀ ਆ, this platform that we've established, the seva that we've been doing for Amritdhari introductions has been going for a number of years. So we made the platform now this year, but ਜਿਹੜੀ ਆ ਸੇਵਾ ਆਪਾਂ ਕਰ ਰਹੇ ਹੈਗੇ ਕਿ ਅੰਮ੍ਰਿਤਧਾਰੀ ਪਰਿਵਾਰਾਂ ਨੂੰ ਜੋੜ ਮੇਲ ਕਰਨੇ ਦਾ, ਇਹ ਕਿੰਨੇ ਸਾਲਾਂ ਤੋਂ ਆਪਾਂ ਸੇਵਾ ਕਰ ਰਹੇ ਸੀਗੇ। ਤੇ ਆਪਾਂ ਫਿਰ ਹੁਣ ਸੋਚਿਆ ਕਿ ਆਪਾਂ ਇਹਦਾ ਪਲੇਟਫਾਰਮ ਬਣਾ ਲੈਂਦੇ ਕਿ ਹੋਰਾਂ ਨੂੰ ਵੀ ਜਾਣਕਾਰੀ ਦੱਸ ਦਿੰਦੇ ਆ। ਸੋ ਬਹੁਤ ਵਧੀਆ। ਤੁਸੀਂ ਜਿਹੜਾ ਇਹ ਪ੍ਰੋਜੈਕਟ ਲੈ ਕੇ ਆਏ ਹੋ, ਇਹ ਤੁਹਾਡਾ ਸ਼ੁਰੂ ਹੋ ਚੁੱਕਿਆ ਹੈਗਾ, ਲਾਂਚ ਕਰ ਦਿੱਤਾ ਹੈਗਾ ਤੁਸੀਂ, ਜਾਂ ਹਲੇ ਲਾਂਚ ਕਰਨਾ ਹਜੇ ਤੁਸੀਂ ਕੋਈ ਹੋਰ ਲਾਂਚ ਦੀ ਜਿਹੜੀ ਡੇਟ ਰੱਖੀ ਹੈਗੀ ਆ, ਜਾਂ ਤੁਸੀਂ ਆਲਰੇਡੀ ਲਾਂਚ ਕੀਤਾ ਹੋਇਆ? ਸੋ ਤਿਆਰੀਆਂ ਤਾਂ ਹਜੇ ਇਸ ਸਾਲ ਹੀ ਕੀਤੀਆਂ ਸੀਗੀਆਂ ਜਿਹੜੀ ਆਹ ਪਲੇਟਫਾਰਮ ਵਾਸਤੇ, ਤੇ ਆਪਾਂ this week launch ਕੀਤਾ। So we launched this week the platform, ਤੇ ਉਹਦੇ ਟੈਸਟਿੰਗ ਲਈ ਥੋੜ੍ਹਾ ਟਾਈਮ ਚਾਹੀਦਾ ਸੀਗਾ, ਤੇ ਉਹ ਤਾਂ ਫਿਰ ਆਪਾਂ ਪਹਿਲਾਂ ਉਮੀਦ ਰੱਖੀ ਸੀ ਕਿ ਆਪਾਂ ਸਤੰਬਰ ਦੀ ਸ਼ੁਰੂਆਤ ਸ਼ੁਰੂ ਕਰਾਂਗੇ, ਪਰ ਥੋੜ੍ਹੀ ਜਿਹੀ ਡਿਲੇ ਹੋ ਗਈ ਸੀਗੀ, ਤੇ ਆਪਾਂ ਹੁਣ ਲਾਂਚ ਕਰ ਚੁੱਕੇ ਹਾਂ। ਤੇ ਸਾਰੇ ਜਾਣੇ ਉੱਥੇ ਜਾ ਕੇ ਦੇਖ ਸਕਦੇ ਆ ਸਾਡੀ ਪਲੇਟਫਾਰਮ ਕਿੱਦਾਂ ਚੱਲ ਰਹੀ ਹੈ, ਤੇ ਉਹਦੇ ਬਾਰੇ ਸਾਰੀ ਜਾਣਕਾਰੀ ਉਹਦੇ ਵੈਬਸਾਈਟ ਦੇ ਵਿੱਚ ਹੀ ਪਾਈ ਆ। ਸੋ ਉਹਦੇ ਵਿੱਚ ਜਿਹੜੀ ਜਾਣਕਾਰੀ ਤੁਸੀਂ ਪਾਈ ਹੋਈ ਆ, ਕਿਵੇਂ ਮਤਲਬ ਜਿਹੜੇ ਲੋਕਾਂ ਤੱਕ ਜਿਹੜੀ ਇਨਫੋਰਮੇਸ਼ਨ ਕਿਵੇਂ ਪਹੁੰਚੇਗੀ ਜਿਹੜੀ ਤੁਸੀਂ ਇਹ ਲਾਂਚ ਕੀਤਾ ਹੈਗਾ, ਕਿਸ ਤਰੀਕੇ ਜਿਵੇਂ ਅਸੀਂ ਚੈਨਲ ਦੇ ਤੁਸੀਂ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਦੱਸ ਰਹੇ ਹੋ ਦਰਸ਼ਕਾਂ ਨੂੰ, ਹੋਰ ਕਿਹੜੇ ਮਾਧਿਅਮ ਤੁਸੀਂ ਯੂਜ਼ ਕਰ ਰਹੇ ਹੋ ਲੋਕਾਂ ਤੱਕ ਜਿਹੜੀ ਇਹਦੇ ਬਾਰੇ ਜਾਣਕਾਰੀ ਪਹੁੰਚਾਉਣ ਦੇ ਲਈ? ਸਰ ਜਿੱਦਾਂ ਆਪਾਂ ਕਹਿ ਰਹੇ ਸੀ ਕਿ ਆਪਾਂ ਸੇਵਾ ਕਾਫੀ ਚਿਰਾਂ ਤੋਂ ਕਰ ਰਹੇ ਹਾਂ। ਸਾਡੇ ਜਿਹੜੇ ਹੈਗੇ ਸੇਵਾਦਾਰ ਉਹ ਇੰਟਰਨੈਸ਼ਨਲ ਆ, ਤੇ ਉਹ ਪ੍ਰਚਾਰਕ ਤੌਰ ਤੇ ਵੀ ਜਾਂਦੇ ਰਹਿੰਦੇ ਸੀ ਕਿ ਪਰਿਵਾਰਾਂ ਨਾਲ ਜੋੜ ਮੇਲ ਹੋ ਗਿਆ। ਸੋ ਜਿਹੜੀ ਸਾਰੀ ਜਾਣਕਾਰੀ ਹੈਗੀ ਆ ਸਿੰਘਾਂ ਸਿੰਘਣੀਆਂ ਦੇ, ਉਹ ਕਾਫੀ ਕਿੰਨੇ ਸਾਲਾਂ ਤੋਂ ਹੋ ਚੁੱਕੀ ਆ। ਤੇ ਸੋ ਜਿਹੜੀ ਜਾਣਕਾਰੀ ਦਿੱਤੀ ਗਈ, ਆਪਾਂ ਛੋਟੀ ਜਿਹੀ ਐਨੀਮੇਸ਼ਨ ਬਣਾਈ ਸੀਗੀ ਜਿਹੜੀ ਕਲੈਰੀਫਾਈ ਕਰਨ ਕਿ ਆਪਾਂ ਕੀ ਕਰ ਰਹੇ ਹਾਂ ਕੀ ਨਹੀਂ ਕਰ ਰਹੇ, ਹਨਾ। ਤੇ ਉਹ ਆਪਾਂ ਐਸਾ ਬਣਾਈ ਸੀਗੀ, ਤੇ ਆਪਾਂ ਫਿਰ WhatsApp ਰਾਹੀਂ ਜਿਹੜੇ ਡਿਫਰੈਂਟ ਗਰੁੱਪਾਂ ਉਹਦੇ ਰਾਹੀਂ ਪਾ ਦਿੱਤੀ ਸੀਗੀ ਕਿ ਤੁਸੀਂ ਜਾਣ ਕੇ ਆਪਣੇ ਜਿਹੜੇ ਹੈਗੇ ਆ ਜਾਣਦੇ ਪਛਾਣਦੇ ਉਹਨੂੰ ਤੁਸੀਂ ਭੇਜ ਸਕਦੇ ਆ। ਤੇ ਉਹਦੇ ਵਿੱਚ ਵੈਬਸਾਈਟ ਤੇ ਵੀ ਪਤਾ ਦਿੱਤਾ ਹੈਗਾ ਕਿ ਆਪਾਂ ਕੀ ਵਿਜ਼ਨ ਲੈ ਕੇ ਆਪਾਂ ਆ ਪ੍ਰੋਜੈਕਟ ਕੀਤਾ ਹੈਗਾ। So just in English, so we've been working on this project for a number of years, but we brought it together this year, and yes, we have launched it. We launched it this week. But we did a very soft launch. So we've had an Instagram account, we've got the website ready, and we've decided to use WhatsApp as a platform, as a medium to just get the information out there. So we created an animation, and the animation literally outlines what we vision for the project. So what it's about and what it's not about. And the direction we're doing is sending everybody to the website, which does outline exactly what we're doing. ਹੋਰ ਵੀ ਬਹੁਤ ਸਾਰੀਆਂ ਸਰਵਿਸਿਜ਼ ਹੈਗੀਆਂ ਦਲਜੀਤ, ਕਿ ਜਿਹੜੀ ਇਹ ਜਿਹੜੀ ਆਪਾਂ ਕਰਦੇ ਹੈਗੇ ਆ ਕਿ ਲੋਕਾਂ ਦਾ ਮੇਲ ਕਰਾਉਂਦੇ, ਬੱਚਿਆਂ ਦਾ ਮੇਲ ਕਰਾਉਂਦੇ ਹੈਗੇ ਆ, ਪਰ ਇਹ ਜਿਹੜੀ ਤੁਹਾਡੀ ਸਰਵਿਸ ਹੈਗੀ ਆ, ਇਹਦੇ ਚ ਕੀ ਡਿਫਰੈਂਟ ਹੈਗਾ, ਕੀ ਫਰਕ ਹੈਗਾ ਬਾਕੀ ਸਰਵਿਸਿਜ਼ ਨਾਲੋਂ, ਕੀ ਵੱਖਰਾ ਹੈਗਾ? ਸੋ ਜਦੋਂ ਆਪਾਂ ਆ ਸੇਵਾ ਕਰ ਰਹੇ ਹਾਂ, ਸਾਨੂੰ ਮਹਿਸੂਸ ਹੁੰਦਾ ਆ ਸੋ ਜਿੱਦਾਂ ਆਪਾਂ ਜੋੜ ਮੇਲ ਕਰਦੇ ਹਾਂ ਕਿ ਜਿਹੜੇ ਟ੍ਰੈਡੀਸ਼ਨਲ ਰਸਤੇ ਹਨ, ਜਿਹੜੇ ਕਿ ਕੋਈ ਵਿਚੋਲਾ ਕਹਿ ਲਓ ਤੁਸੀਂ, ਇੱਕ ਦੂਜੇ ਨੂੰ ਜਾਣ ਪਛਾਣ ਕਰਦੇ, ਤਾਂ ਉਹ ਚੰਗਾ ਆ, ਉਹ ਵੀ ਮਾੜਾ ਨਹੀਂ ਕਹਿੰਦੇ ਆਪਾਂ, ਉਹ ਵਧੀਆ ਹੈਗਾ। ਪਰ ਆਪਾਂ ਦੇਖੀਏ ਜਿਹੜੀ ਨੈਕਸਟ ਜਨਰੇਸ਼ਨ ਹੈ ਕਿ ਇਹਨੂੰ ਕੁਛ ਹੋਰ ਚਾਹੀਦਾ। ਇਹ ਆਪਣੇ ਜੋਬਾਂ ਪ੍ਰੋਫੈਸ਼ਨ ਦੇ ਵਿੱਚ ਕਾਫੀ ਵਧੀਆ ਤਰੱਕੀ ਕਰ ਚੁੱਕੇ ਹਨ, ਤੇ ਇਹਨੂੰ ਅੰਡਰਸਟੈਂਡ ਕਰਨ ਵਾਲੇ ਵਾਸਤੇ ਥੋੜਾ ਟਾਈਮ ਚਾਹੀਦਾ ਆ। ਸੋ ਜੇ ਆਪਾਂ ਪਿੱਛੇ ਜਾ ਕੇ ਦੇਖੀਏ ਕਿ ਜੇ ਆਪਾਂ ਕਹੀਏ ਕਿ ਬੱਚੇ ਨੇ ਡਾਕਟਰ ਦੀ ਪੜ੍ਹਾਈ ਕੀਤੀ ਹੈ, ਸਾਡੇ ਬੱਚੇ ਨੇ ਪੜ੍ਹਾਈ ਕੀਤੀ ਡਾਕਟਰ ਦੀ, ਸਾਨੂੰ ਵੀ ਉਹੋ ਜਿਹੀ ਪੜ੍ਹਾਈ ਦੇ ਵਿੱਚ ਕੋਈ ਬੀਬੀ ਚਾਹੀਦੀ ਆ। ਤੇ ਜੇ ਆਪਾਂ ਦੋ ਡਾਕਟਰ ਇਕੱਠੇ ਕਰ ਦਈਏ, ਆਪਾਂ ਦੇਖਿਆ ਕਿ ਉਹਨਾਂ ਦੇ ਮੇਲ ਬਣਦੇ ਨਹੀਂ, ਤਾਂ ਉਹ ਸਾਨੂੰ ਕਹਿ ਦਿੰਦੇ ਕਿ ਸਾਡਾ ਇਹਨਾਂ ਦਾ ਕਨੈਕਸ਼ਨ ਨਹੀਂ ਬਣਿਆ, ਸਾਡੀ ਕਾਮਨ ਇੰਟਰਸਟ ਨਹੀਂ ਹੈਗੀ ਆ, ਸਾਡੀ ਨਾ ਆ ਸਾਡੀ। ਸੋ ਜਦੋਂ ਫਿਰ ਤੁਸੀਂ ਇਸ ਰਸਤੇ ਪੈ ਜਾਂਦੇ, ਤੁਹਾਨੂੰ ਪਤਾ ਲੱਗ ਜਾਂਦਾ ਕਿ ਪਹਿਲਾਂ ਤੁਸੀਂ ਬੱਚੇ ਨੂੰ ਪਛਾਣੋ, ਉਹਦੇ ਕੀ ਗੁਣ ਆ, ਉਹ ਕੀ ਚਾਹੁੰਦਾ ਆ,
ਤੇ ਫਿਰ ਤੁਸੀਂ ਉਸ ਹਿਸਾਬ ਨਾਲ ਉਹਦਾ ਮੇਲ ਕਰੋ, ਉਹ ਬੈਟਰ ਆ। ਤੇ ਉਹਦੇ ਨਾਲ ਫਿਰ ਜਿਹੜੇ ਤੁਹਾਡੇ ਸੰਯੋਗ ਬਣਦੇ ਵੀ ਹੈਗੇ ਆ, ਉਹ ਲੰਬੇ ਤੌਰ ਵਾਸਤੇ ਰਹਿੰਦੇ ਆ। ਮੈਂ ਹੁਣ ਯਕੀਨ ਨਾਲ ਕਹਿ ਸਕਦੀ ਹਾਂ, ਆਪਾਂ ਤਕਰੀਬਨ 10 ਸਾਲ ਤੋਂ ਆ ਸੇਵਾ ਕਰ ਰਹੇ ਆ, ਜਿਹੜੇ ਸਾਡੇ ਸੇਵਾਦਾਰ ਹੈਗੇ ਆ। ਤੇ ਜਿੰਨੇ ਵੀ ਆਨੰਦ ਕਾਰਜ ਕੀਤੇ ਆ ਇੱਥੇ ਇੰਟਰਨੈਸ਼ਨਲ, ਜਿੱਦਾਂ ਮਰਜ਼ੀ ਕਹਿ ਲਓ, ਸਾਰੇ ਆਪਣੇ ਘਰ ਵਾਸਤੇ ਆ, ਖੁਸ਼ ਆ, ਤੇ ਡਿਵੋਰਸ ਦਾ ਕੋਈ ਨਹੀਂ ਹੈਗਾ। ਸੋ ਇਹ ਵੀ ਕੋਈ ਮਾਣ ਦੀ ਗੱਲ ਹੈਗੀ ਆ। ਜੇ ਆਪਾਂ ਕਹੀਏ ਕਿ ਸਾਡਾ ਬੱਚਾ 6 ਫੁੱਟ ਆ, ਸਾਡੀ ਕੁੜੀ ਚਾਹੀਦੀ ਕਿ 5 ਫੁੱਟ 7 8, ਉਹਨਾਂ ਦੋਨੋਂ ਮੇਲ ਕਰਦੇ, ਉਹ ਏਦਾਂ ਨਹੀਂ ਨਿਭਦੀ। ਤੇ ਇਹ ਆਪਾਂ ਜਿਹੜੇ ਸਾਨੂੰ ਬਤੀਤੀ ਹੋਈ ਹੈਗੀ, ਉਹ ਆਪਾਂ ਉਹ ਲੈ ਕੇ ਕਰਦੇ ਆ। So it is really ਜੀ different. So just to outline why it's different, it's a bespoke service that we're offering. So we're not going to send you a list. This is a list of people that meet your criteria, because that's not how two souls will join. So we take the time to understand what you like, what you're interested in, and what you enjoy. And then we talk to the other person that we think that might be suited, just to gauge a little bit more before we make that introduction. So it takes a lot more effort. But ਤਾਂ ਹੀ ਤਾਂ ਆਪਾਂ ਕਹਿੰਦੇ ਕਿ ਆਪਾਂ bespoke service ਕਰਦੇ, ਸਾਰਿਆਂ ਵਾਸਤੇ ਨਹੀਂ ਹੋਏਗਾ। ਇਹ ਜਿਹੜੇ ਉਸ ਰਾਸਤੇ ਪਏ ਆ, ਉਹਨਾਂ ਵਾਸਤੇ ਆ। ਜਿਹੜੇ ਸਾਡੇ, ਮੈਂ ਕਹਿ ਸਕਦੀ, ਬੀਬੇ ਬੱਚੇ ਹਨ, ਹਨਾ, ਸਿੱਖੀ ਤੇ ਪੈਰ ਰੱਖਿਆ ਆ, ਉਧਰ ਨੂੰ ਪਏ ਆ ਤੁਰੇ, ਉਹਨਾਂ ਵਾਸਤੇ ਹੈਗਾ ਆ। ਜਿਹੜੇ ਹੋਰ ਵੈਬਸਾਈਟਸ ਹੈਗੇ, ਉਹ ਸਾਰੇ ਜਾ ਕੇ ਉੱਥੇ ਦੇਖ ਸਕਦੇ ਆ, ਇਟਸ ਨਾਟ ਪ੍ਰੋਬਲਮ। ਤੇ ਆਪਾਂ ਜਿੱਦਾਂ ਹੁਣ ਮੈਂ ਆਪਣੇ ਖਾਲਸਾ ਕੈਂਪ ਦੀ ਸੇਵਾ ਕਰਦੀ ਆ, ਤੇ ਕਾਫੀ ਯੂਥ ਉੱਥੇ ਆਉਂਦੇ ਹੁੰਦੇ ਆ, ਤੇ ਉਹਨਾਂ ਵਾਸਤੇ ਮੈਨੂੰ ਡਰਦ ਆ ਕਿ ਇਹ ਕਿੱਥੇ ਜਾਣ। ਇੱਕ ਡੇਟਿੰਗ ਥੋੜੀ ਆਪਾਂ ਸਿੱਖੀ ਦੇ ਵਿੱਚ ਕਰਦੇ ਆ, ਇਹ ਕਿੱਥੇ ਜਾਣ, ਕਿਹਨਾਂ ਵਿਚਾਰ ਕਰਨ, ਕਿੱਥੋਂ ਉਹਨਾਂ ਨੂੰ ਗਾਈਡੈਂਸ ਮਿਲਣੀ ਆ। ਤੇ ਕਈ ਪਰਿਵਾਰਾਂ 'ਚ ਏਦਾਂ ਵੀ ਹੈਗਾ ਹੈ ਕਿ ਜਿਹੜੇ ਮਾਪੇ ਹਨ, ਉਹ ਸਿੱਖੀ ਵੱਲ ਨਹੀਂ ਹੈਗੇ, ਬੱਚੇ ਜ਼ਿਆਦਾ ਸਿੱਖੀ ਵੱਲ ਹਨ, ਤੇ ਉਹਨਾਂ ਵਾਸਤੇ ਵੀ ਔਖੇ, ਕਿਉਂਕਿ ਮਾਪੇ ਕਹਿੰਦੇ ਆਪਾਂ ਕਿੱਥੇ ਤੁਹਾਨੂੰ ਲੱਭ ਕੇ ਦੇਈਏ ਅੰਮ੍ਰਿਤਧਾਰੀ ਬੀਬੀ। ਸੋ ਇਹ ਸਮਝ ਕੇ ਆਪਾਂ ਫਿਰ ਉਪਰਾਲਾ ਸ਼ੁਰੂ ਕੀਤਾ। ਤੇ ਪਹਿਲਾਂ ਤਾਂ ਆਪਾਂ ਜਾਣਕਾਰੀ ਇੱਕ ਦੂਜੇ ਨੂੰ ਦੱਸ ਕੇ ਪਤਾ ਲੱਗ ਗਿਆ ਸੀਗਾ, ਤੇ ਸਾਨੂੰ ਕਈਆਂ ਨੇ ਸਾਨੂੰ ਸੰਪਰਕ ਕਰਨਾ ਕਿ ਸਾਡੇ ਕੋਲ ਬੱਚੀ ਆ ਜਾਂ ਬੱਚਾ ਆ, ਤੇ ਤੁਸੀਂ ਇਹਨਾਂ ਵਾਸਤੇ ਲੱਭ ਲਓ। ਤੇ ਇਸ ਤਰ੍ਹਾਂ ਚੱਲ ਰਿਹਾ ਸੀਗਾ। ਤੇ ਹੁਣ ਆਪਾਂ ਕਿਹਾ ਕਿ ਆਪਾਂ ਸਾਰਿਆਂ ਨੂੰ ਜਾਣਕਾਰੀ ਦੱਸ ਦਿੰਦੇ ਆ। ਤੇ ਸਾਨੂੰ ਮਾਣ ਨਹੀਂ ਹੈ ਕਿ ਆਪਾਂ ਏਦਾਂ ਨਹੀਂ ਸੋਚਦੇ ਕਿ ਬਹੁਤ ਸਾਰੇ ਸਾਡੇ ਕੋਲ ਇਕੱਠੇ ਹੋ, ਏਦਾਂ ਨਹੀਂ। ਜਿਹੜੇ ਸਿੱਖੀ ਦੇ ਰਾਹ ਤੇ ਪਏ ਆ, ਉਹ ਸਾਡੇ ਕੋਲ ਆਉਣ, ਆਪਾਂ ਉਹਨਾਂ ਦੀ ਕੋਸ਼ਿਸ਼ ਕਰ ਸਕਦੇ ਹਾਂ ਕਿ ਉਹਨਾਂ ਮੇਲ ਮਿਲਾਪਾ ਕਰਦੀ ਹੈ। ਸੋ ਤੁਹਾਡਾ ਕਾਫੀ, ਜਿਵੇਂ ਤੁਸੀਂ ਦੱਸ ਰਹੇ ਹੋ ਕਿ 10 ਸਾਲ ਦਾ ਤੁਹਾਡਾ ਐਕਸਪੀਰੀਅੰਸ ਹੈਗਾ ਇਸ ਲਾਈਨ ਦੇ ਵਿੱਚ ਤੁਸੀਂ ਪਏ ਹੋ, ਤੇ ਤੁਹਾਡੇ ਐਕਸਪੀਰੀਅੰਸ ਤੋਂ ਤੁਹਾਨੂੰ ਇਹ ਵੀ ਹੁਣ ਤੱਕ ਪਤਾ ਲੱਗ ਗਿਆ ਹੋਏਗਾ ਕਿ ਜਿਹੜੀ ਅੱਜ ਦੀ ਯੰਗ ਜਨਰੇਸ਼ਨ ਹੈਗੀ ਆ, ਉਹਦੀਆਂ ਬਹੁਤ ਸਾਰੀਆਂ ਐਕਸਪੈਕਟੇਸ਼ਨਸ ਹੁੰਦੀਆਂ। ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਤੁਸੀਂ ਗੱਲ ਕੀਤੀ ਹੈਗੀ ਆ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਰਿਸ਼ਤੇ ਦੀ, ਸਾਰੀ ਉਮਰ ਦੀ ਗੱਲ ਹੁੰਦੀ ਆ, ਸਾਰੀ ਉਮਰ ਰਿਸ਼ਤਾ ਨਿਭਾਉਣਾ ਹੁੰਦਾ। ਸੋ ਉਸ ਵੇਲੇ ਕਾਫੀ ਕੁਝ ਸੋਚ ਵਿਚਾਰ ਕਰਕੇ ਅਸੀਂ ਰਿਸ਼ਤੇ ਨੂੰ ਹਾਂ ਕਰਦੇ ਆ। ਸੋ ਜਦੋਂ ਤੁਹਾਡੇ ਕੋਲ ਕੋਈ ਅਜਿਹੀ ਕੋਈ ਕੇਸ ਆਉਂਦਾ ਹੈਗਾ, ਮੰਨ ਲਓ ਤੁਸੀਂ ਜਿਵੇਂ ਆਲਰੇਡੀ ਜਿਹੜੀ ਸਰਵਿਸ ਸ਼ੁਰੂ ਕੀਤੀ ਹੋਈ ਆ, ਸੋ ਕਾਫੀ ਤੁਸੀਂ ਦੱਸਿਆ ਹੈਗਾ ਕਿ ਤੁਸੀਂ ਵਿਆਹ ਵੀ ਕਰਾਏ ਹੈਗੇ ਆ, ਪਰ ਇਹਦੇ ਵਿੱਚ ਤੁਹਾਨੂੰ ਕੋਈ ਚੈਲੰਜਸ ਏਦਾਂ ਦੇ ਫੇਸ ਕਰਨੇ ਪਏ ਹੈਗੇ ਜਿੱਥੇ ਪਹਿਲਾਂ ਰਿਸ਼ਤੇ ਨੂੰ ਹਾਂ ਹੋਈ ਹੋਵੇ, ਫਿਰ ਬਾਅਦ ਵਿੱਚ ਕੋਈ ਪ੍ਰੋਬਲਮ ਆਈ ਹੋਵੇ, ਨਾ ਹੋ ਗਈ ਹੋਵੇ, ਤੇ ਫਿਰ ਤੋਂ ਹਾਂ ਹੋ ਗਈ ਹੋਵੇ। ਸੋ ਏਦਾਂ ਦੇ ਕਈ ਕੇਸਿਸ ਤੁਹਾਡੇ ਤੱਕ ਆਏ ਹੈਗੇ ਆ? ਹੈਗੇ ਤਾਂ ਉਹ ਜਿਹੜੀ ਜਰਨੀ ਤੁਸੀਂ ਕਹਿ ਲਓ, ਉਹ ਜਿਹੜਾ ਰਸਤਾ ਹੈਗਾ ਹੈ ਨਾ, ਉਹ ਤੁਸੀਂ ਮਿਹਨਤ ਕਰਨੀ ਪੈਂਦੀ ਆ। ਹੁਣ ਆਪਾਂ ਕੋਈ ਪ੍ਰੈਸ਼ਰ ਨਹੀਂ ਕਰਦੇ ਬੱਚੇ ਨੂੰ। ਪਹਿਲਾਂ ਆਪਾਂ ਮਿਲਦੇ ਆ, ਉਹਨੂੰ ਵਿਚਾਰ ਕਰਦੇ ਆ, ਤੇ ਫਿਰ ਉਹਨੂੰ ਇੰਟਰੋਡਕਸ਼ਨ ਕਰਦੇ ਆ। ਉਹ ਇੰਟਰੋਡਕਸ਼ਨ ਦੇ ਕੇ ਕਹਿ ਸਕਦੇ ਕਿ ਨਹੀਂ ਭਾਈ, ਮੈਨੂੰ ਮਨ ਨਹੀਂ ਬਣਦਾ, ਦੈਟਸ ਫਾਈਨ। ਜਦੋਂ ਫਿਰ ਉਹ ਕਹਿੰਦੇ ਕਿ ਚਲੋ ਠੀਕ ਹੈ, ਮੈਂ ਗੱਲਬਾਤ ਕਰਨ ਨੂੰ ਤਿਆਰ ਆ, ਤੇ ਉਹਨਾਂ ਨੂੰ ਫਿਰ ਵੀ ਉਹਨਾਂ ਨੂੰ ਗਾਈਡੈਂਸ ਦੇਣੀ ਪੈਂਦੀ ਹੈ, ਤੁਸੀਂ ਗੱਲ ਕਿਹੋ ਜਿਹੀ ਕਰਨੀ ਹੈ। ਹੁਣ ਜੇ ਆਪਾਂ ਕਹੀਏ, ਆਪਾਂ ਅੱਜ ਮੌਸਮ ਦੀ ਗੱਲ ਕਰ ਲਈਏ, ਉਹੋ ਜਿਹੀ ਗੱਲਾਂ ਠੀਕ ਆ ਥੋੜੇ ਬਹੁਤੇ 2 ਮਿੰਟਾਂ ਨੇ, ਪਰ ਜਿਹੜੇ ਤੁਹਾਡੇ ਜੀਵਨ ਦੀ ਗੱਲ ਆ, ਉਹ ਹੋ ਰਿਹਾ। ਤੇ ਉਹਨਾਂ ਨੂੰ ਫਿਰ ਥੋੜੀ ਜਿਹੀ ਤੁਸੀਂ ਕਹਿ ਲਓ ਕਿ ਟ੍ਰੇਨਿੰਗ ਦੇਣੀ ਪੈਂਦੀ ਆ। ਇੱਕ ਤਾਂ ਹੁੰਦਾ ਕਿ ਸਾਡੇ ਜਿਹੜੇ ਸਿੰਘ ਆ, ਉਹ ਇਸ ਤਰ੍ਹਾਂ ਬੀਬੀ ਨਾਲ ਗੱਲ ਵਿਚਾਰ ਕੀਤੀ ਨਹੀਂ ਹੈਗੀ। ਜਿਹੜੇ ਸਾਡੀ ਬੀਬੀਆਂ, ਉਹ ਸਿੰਘਾਂ ਨਾਲ ਨਹੀਂ ਵਿਚਾਰ ਕੀਤੀ, ਤੇ ਉਹਨੂੰ ਥੋੜੀ ਗਾਈਡੈਂਸ ਦੇਣੀ ਪੈਂਦੀ। ਤੁਸੀਂ ਇਹਨਾਂ ਗੱਲਾਂ ਦੇ ਵਿਚਾਰ ਕਰ ਲਓ, ਤਾਂ ਕਿ ਜਿਹੜੇ ਤੁਸੀਂ ਡਿਵੋਰਸ ਦੇ ਸਟੈਟਿਸਟਿਕਸ ਦੇਖੋ, ਤੇ ਕੱਲ ਨੂੰ ਜਿਹੜੀ ਹੁੰਦੀ ਹੈ ਕਲੇਸ਼ ਜਿਹੜਾ ਪੈਂਦਾ ਆ, ਉਹ ਕਿਹਨਾਂ ਗੱਲਾਂ ਤੋਂ ਹੁੰਦੇ ਆ, ਉਹ ਆਪਾਂ ਕੀਤੀ ਹੈ ਖੋਜ। ਤੇ ਆਪਾਂ ਉਹਨੂੰ ਚਾਹੁੰਦੇ ਕਿ ਇਹ ਜਦੋਂ ਗੱਲ ਕਰਨ ਸ਼ੁਰੂ ਕਰਨ, ਤੇ ਉਹੋ ਜਿਹੇ ਗੱਲਾਂ ਸਾਰੇ ਵਿਚਾਰ ਲੈਣ ਕਿ ਕੱਲ ਨੂੰ 2 ਸਾਲ 3 ਸਾਲਾਂ ਦੇ ਵਿੱਚ ਉਹ ਕੱਲ ਨੂੰ ਮੁਸੀਬਤ ਨਾ ਖੜੀ ਹੋ ਜਾਵੇ। ਸੋ ਜਿਹੜਾ ਸਾਡਾ ਪ੍ਰੋਸੈਸ ਹੈਗਾ, ਤੁਸੀਂ ਗੱਲ ਕਰ ਲਓ, ਤੇ ਫਿਰ ਵੀ ਤੁਸੀਂ ਗੱਲ ਕਰਕੇ ਕਹਿ ਸਕਦੇ ਕਿ ਨਹੀਂ, ਮਨ ਨਹੀਂ ਮੰਨਿਆ, ਜਾਂ ਜੋ ਉਹ ਪ੍ਰੋਸੈਸ ਬਣਿਆ ਹੈ ਕਿ ਤੁਸੀਂ ਬੱਚਾ ਨਾ ਕਰ ਸਕਦਾ ਹੈ, ਕੋਈ ਪ੍ਰੈਸ਼ਰ ਨਹੀਂ ਹੈਗਾ। ਜਦੋਂ ਪਰਿਵਾਰ ਵੀ ਮਿਲਦੇ ਇਕੱਠੇ, ਉਦੋਂ ਵੀ ਨਾ ਕਰ ਸਕਦੇ ਆ, ਕੋਈ ਪ੍ਰੈਸ਼ਰ ਨਹੀਂ ਹੈਗਾ। ਕਿਉਂਕਿ ਸੋਚਣ ਨੂੰ ਮੌਕਾ ਚਾਹੀਦਾ, ਕਿਉਂਕਿ ਸਾਰੀ ਉਮਰ ਦਾ ਸਵਾਲ ਆ। ਪਰ ਜਦੋਂ 2 ਪਰਿਵਾਰ ਇਕੱਠੇ ਹੋ ਕੇ ਅਰਦਾਸ ਕਰਦੇ ਆ, ਉਦੋਂ ਨਹੀਂ ਤੁਸੀਂ ਨਾ ਕਰਨੀ। ਤਾਂ ਗੁਰੂ ਦੇ ਸਾਹਮਣੇ ਤੁਸੀਂ ਅਰਦਾਸ ਕੀਤੀ, ਗੁਰੂ ਦੀ ਸੀਸ ਲਈ ਆ, ਹੁਣ ਤੁਸੀਂ ਇਕੱਠਿਆਂ ਨੇ ਇਹ ਆਨੰਦ ਕਾਰਜ ਪੂਰਨ ਕਰਨੇ ਹੈਗੇ ਆ। ਤੇ ਇਹ ਜਦੋਂ ਆਪਾਂ ਹੌਲੀ ਪ੍ਰੇਰਨਾ ਦੇ ਕੇ ਪਰਿਵਾਰ ਨਾਲ ਕਰਦੇ ਆ, ਤੇ ਆਪਾਂ ਇਹਦੇ ਵਿੱਚ ਕੋਈ
ਨੈਗੇਟਿਵ ਨਹੀਂ ਐਕਸਪੀਰੀਅੰਸ ਕੀਤਾ ਕਿਉਂਕਿ ਉੱਥੇ ਤਾਈਂ ਜਦ ਤੇ ਬੰਦਾ ਜੇ ਦੋ ਇਨਸਾਨ ਹੈ ਦੋ ਪਰਿਵਾਰ ਹੈ ਉਹ ਖੁਸ਼ ਹੁੰਦੇ ਆ ਪਰ ਉਹ ਜਿਹੜਾ ਸਮਾਂ ਹੂੰ ਲੱਗ ਜਾਂਦਾ ਉੱਥੇ ਤੇ ਲੈ ਕੇ ਆਉਣੇ ਨੂੰ ਹਨਾ ਸੋ ਉੱਥੇ ਹੂੰ ਰਸਤੇ ਦੇ ਵਿੱਚ ਨਾ ਹੋ ਸਕਦੀ ਹੈ ਉਹ ਹੋ ਜਾਂਦੀ ਆ ਦੈਟਸ ਨਾਟ ਪ੍ਰੋਬਲਮ ਹੈ ਨਾ ਤੇ ਕਿਸੇ ਕੋਈ ਹੋਰ ਹੂੰ ਦੇ ਨਾਲ ਸੰਬੰਧ ਪੈ ਜਾਂਦੇ ਜਿੱਦਾਂ ਮਰਜ਼ੀ ਤੁਸੀਂ ਕਹਿ ਰਹੇ ਕੋਈ ਹੋਰ ਇੰਟਰੋਡਕਸ਼ਨ ਹੋ ਜਾਂਦੀ ਆ ਪਰ ਜਦੋਂ ਅਰਦਾਸ ਦਾ ਟਾਈਮ ਆਉਂਦਾ ਆ ਉਹ ਐਨ ਕਲੀਅਰ ਹੁੰਦੇ ਕਿ ਆਪਾਂ ਸੋਚ ਕੇ ਟਾਈਮ ਕੱਢ ਕੇ ਇੱਥੇ ਡਿਸੀਜਨ ਕੀਤਾ ਆ ਤਾਂ ਉੱਥੇ ਪਹੁੰਚਣ ਨਹੀਂ ਦਿੰਦੇ ਆਪਾਂ ਗੱਲ ਕਰਕੇ ਇਹ ਵੀ ਗੁਰਮੁਖ ਅਰਦਾਸ ਕਰਨੀ ਉਹਨੂੰ ਸਪੈਸ਼ਲ ਰੱਖਣਾ ਚਾਹੀਦਾ ਹੈ ਗੁਰੂ ਸਾਡਾ ਮਹਾਰਾਜਾ ਦੇ ਮਹਾਰਾਜਾ ਹਨ ਹਨਾ ਤੇ ਉਹਨਾਂ ਦੇ ਸਾਹਮਣੇ ਆਪਾਂ ਬਿਲਕੁਲ ਇਹੋ ਜਿਹੇ ਬਿਲਕੁਲ ਕੰਮ ਨਾ ਕਰੀਏ ਬਿਲਕੁਲ ਬਿਲਕੁਲ ਤੇ ਇਹਦੇ ਵਿੱਚ ਮੈਂ ਇਹ ਵੀ ਪੁੱਛਣਾ ਚਾਹੁੰਦੀ ਕਿ ਜਦੋਂ ਕੋਈ ਰਿਸ਼ਤੇ ਦੀ ਗੱਲ ਚੱਲਦੀ ਹੈਗੀ ਆ ਪਹਿਲਾਂ ਬੱਚੇ ਤੁਹਾਨੂੰ ਅਪਰੋਚ ਕਰਦੇ ਆ ਜਾਂ ਫਿਰ ਪੇਰੈਂਟਸ ਜ਼ਿਆਦਾ ਪਹਿਲਾਂ ਅਪਰੋਚ ਕਰਦੇ ਆ ਫਿਰ ਉਸ ਤੋਂ ਬਾਅਦ ਬੱਚੇ ਤੁਹਾਡੇ ਨਾਲ ਤੁਹਾਡੇ ਥਰੂ ਗੱਲਬਾਤ ਕਰਦੇ ਆ ਕਿਸ ਤਰੀਕੇ ਨਾਲ ਇਹ ਸਾਰਾ ਪ੍ਰੋਸੈਸ ਹੁੰਦਾ ਸੋ ਜਿੱਦਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਪਰਿਵਾਰ ਇੱਕ ਦੂਜੇ ਨੂੰ ਦੱਸਦੇ ਰਹਿੰਦੇ ਆ ਹਨਾ ਤੇ ਉਸ ਤਰ੍ਹਾਂ ਹੂੰ ਮੈਂ ਵੀ ਕਾਫੀ ਸੰਗਤ ਵਿੱਚ ਵਿਛਰਦੇ ਹੈਗੇ ਆ ਆਪਾਂ ਪ੍ਰਚਾਰ ਤੇ ਜਾਇਦਾ ਇੱਥੇ ਵੀ ਜਾਇਦਾ ਬਾਹਰ ਵੀ ਜਾਇਦਾ ਕੈਂਪਾਂ ਦੇ ਵਿੱਚ ਸੇਵਾ ਕਰੀਦੀ ਹੈਗੀ ਆ ਤੇ ਉਹਦੇ ਵਿੱਚ ਵੀ ਹੂੰ ਸਾਡੀ ਜਾਣ ਪਛਾਣ ਹੋ ਜਾਂਦੀ ਹੈ ਤੇ ਬੱਚੇ ਜਿਹੜੇ ਨੌਜਵਾਨ ਆ ਤੇ ਫੀਲ ਕੰਫਰਟੇਬਲ ਹਨਾ ਤੇ ਸੋ ਫਿਰ ਭੈਣ ਜੀ ਕਰਕੇ ਸ਼ੁਰੂ ਕਰ ਲੈਂਦੇ ਕਨਵਰਸੇਸ਼ਨਸ ਤੇ ਉੱਥੋਂ ਆਪਾਂ ਹੂੰ ਉੱਥੋਂ ਸ਼ੁਰੂ ਕਰ ਲੈਂਦੇ ਕਈ ਨਾ ਹੁੰਦਾ ਕਿ ਆਪਣੇ ਰਿਸ਼ਤੇਦਾਰ ਨੂੰ ਦੱਸ ਦਿੰਦੇ ਕਿ ਆਹ ਨੰਬਰ ਲੈ ਲਓ ਇਹਨਾਂ ਤੁਸੀਂ ਗੱਲ ਕਰ ਲਓ ਪਹਿਲਾਂ ਪਹਿਲਾਂ ਝਿਜਕ ਹੁੰਦੀ ਆ ਤੇ ਫਿਰ ਆਪਾਂ ਫਿਰ ਹੂੰ ਕੋਸ਼ਿਸ਼ ਕਰਦੀ ਤਰੀਕੇ ਦੇ ਨਾਲ ਉਹਨਾਂ ਨਾਲ ਗੱਲ ਕਰਨ ਦੀ ਹੁਣ ਵੀ ਜਿੱਦਾਂ ਵੀ ਵੈਬਸਾਈਟ ਰਾਹੀਂ ਦੇ ਕਿੰਨੇ ਮਾਪੇ ਨੇ ਕੰਟੈਕਟ ਕੀਤਾ ਹੈਗਾ ਆ ਤੇ ਉਹ ਸਾਨੂੰ ਜਾਣਦੇ ਨਹੀਂ ਹੈਗੇ ਤੇ ਫਿਰ ਜੀ ਜਿਹੜੇ ਸਾਡੇ ਰਿਸ਼ਤੇ ਕੀਤੇ ਉਹ ਹਨ ਹੈਗੇ ਤੇ ਉਹ ਅੰਮ੍ਰਿਤਾਈ ਹੋਣ ਕਰਕੇ ਉਹ ਕੰਫੀਡੈਂਟ ਨਹੀਂ ਹੈਗੇ ਜਿੱਦਾਂ ਆਪਾਂ ਕਹਿ ਲਓ ਕਿ ਜਿਹੜੇ ਦੂਜੀ ਵੈਬਸਾਈਟ ਤੇ ਟੈਸਟਮੋਨੂ ਦੇਣ ਨੂੰ ਝਿਜਕ ਹੁੰਦੀ ਆ ਮੈਂ ਉਹ ਇਸ ਤਰ੍ਹਾਂ ਕਹਿ ਦਿੰਦੇ ਕਿ ਜੇ ਤੁਸੀਂ ਸਾਡਾ ਨੰਬਰ ਦੇਣਾ ਦੇ ਦਿਓ ਪਰ ਆਪਾਂ ਹੂੰ ਵੀਡੀਓ ਬਣਾ ਕੇ ਨਹੀਂ ਕਹਿ ਸਕਦੇ ਕਿ ਆਪਾਂ ਸਾਡਾ ਆਨੰਦ ਕਾਰਜ ਇਸ ਤਰ੍ਹਾਂ ਤਰੀਕਾ ਹੋਇਆ ਸੀਗਾ ਹਨਾ ਸੋ there's different ways to ਉਹ ਜਿਹੜਾ ਫਿਕਰ ਹੁੰਦਾ ਉਹ alleviate ਕਰਨੇ ਨੂੰ ਹਨਾ so I just want to say in English about the process just to make it clear that we take you slowly through that process we discuss with you what you want and then we make that introduction but when we've made the introduction there's absolutely no pressure so we're on the journey with you throughout that process when the families meet there's no pressure either so two families have a discussion and they can walk away no issue there ਜੀ so ਇੱਕ when we do get to that point ਜੀ when we do ਇੱਕ get to ਕੁਐਸਚਨ ਮੈਂ that ਹੋਰ point ਪੁੱਛਣਾ where ਚਾਹੁੰਦੀ ਸੀ ਕਿ ਜਦੋਂ ਤੁਸੀਂ ਹਾਂਜੀ ਦਲਜੀਤ ਮੈਂ ਇੱਕ ਕੁਐਸਚਨ ਹੋਰ ਪੁੱਛਣਾ ਚਾਹੁੰਦੀ ਸੀ ਕਿ ਜਦੋਂ ਤੁਸੀਂ ਅਸੀਂ ਗੱਲ ਕਰਦੇ ਹਾਂ ਕਿ ਇਹ ਜਿਹੜੀ ਸਰਵਿਸ ਤੁਸੀਂ ਸ਼ੁਰੂ ਕੀਤੀ ਆ ਕੀ ਇਹ ਸਿਰਫ ਅਸੀਂ ਮੈਰਿਜ ਕਰਾਉਣ ਵਾਸਤੇ ਜਿਹੜੀ ਇਹ ਸਰਵਿਸ ਹੈਗੀ ਆ ਜਾਂ ਫਿਰ ਮੈਰਿਜ ਤੋਂ ਬਾਅਦ ਵੀ ਤੁਹਾਡੇ ਨਾਲ ਕੋਈ ਕੰਟੈਕਟ ਕੀਤਾ ਜਾ ਸਕਦਾ ਜੇ ਕੋਈ ਐਸਾ ਇਸ਼ੂ ਆਉਂਦਾ ਹੈਗਾ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀਗੀ ਕੋਈ ਏਦਾਂ ਦੀ ਸਰਵਿਸ ਵੀ ਹੈਗੀ ਆ ਹਾਂਜੀ ਸੋ ਜਿਹੜਾ ਪਲੇਟਫਾਰਮ ਬਣਾਇਆ ਹੈਗਾ ਇਹਦੇ ਕਰਕੇ ਬਣਾਇਆ ਸੀਗਾ ਇਹਦੇ ਵਿੱਚ ਸਾਡੇ ਕੋਲ ਕਾਫੀ ਰਿਸੋਰਸਸ ਹੈਗੀਆਂ ਆ ਜੋ ਸ਼ੇਅਰ ਚੈਟ ਨੇ ਹੂੰ ਬਣਾਈ ਹੈ ਜਦੋਂ ਤੁਸੀਂ ਦੋ ਪਰਿਵਾਰ ਜੋੜਦੇ ਆ ਤੁਸੀਂ ਬੇਸ਼ੱਕ ਖੁਸ਼ ਵੀ ਤੁਹਾਡਾ ਸੰਯੋਗ ਚੱਲ ਰਿਹਾ ਹੈਗਾ ਪਰ ਫਿਰ ਵੀ ਤੁਸੀਂ ਹੂੰ ਐਨਾਲਾਈਜ਼ ਕਰ ਸਕਦੇ ਆ ਕਿ ਆਪਾਂ ਹੋਰ ਤਰੀਕੇ ਨਾਲ ਜਿਹੜਾ ਸਾਡਾ ਸਿੱਖੀ ਤੌਰ ਤੇ ਹੈਗਾ ਗ੍ਰਸਤੀ ਜੀਵਨ ਹੋਰ ਵਧੀਆ ਹੋ ਸਕਦਾ ਆ ਉਹ ਵੀ ਸਾਰੀ ਜਾਣਕਾਰੀ ਹੂੰ ਆਪਾਂ ਇੱਥੇ ਪਾਈ ਹੈ ਵੈਬਸਾਈਟ ਦੇ ਵਿੱਚ ਹਨਾ ਤੇ ਜਿਹੜੀ ਜਦੋਂ ਤੋਂ ਹੂੰ ਆਨੰਦਕਾਰੀ ਹੁੰਦੀ ਹੈ ਜੇ ਸਿੱਖਿਆ ਹੁੰਦੀ ਹੈ ਗਿਆਨੀ ਜੀ ਦਿੰਦੇ ਆ ਹੁਣ ਕਈ ਗੁਰੂ ਘਰ ਤਾਂ ਬਹੁਤ ਹੂੰ ਵਧੀਆ ਕਰਦੇ ਆ ਸਿੱਖਿਆ ਦੇ ਦਿੰਦੇ ਬੱਚੀ ਬੱਚੀ ਨੂੰ ਹੁਣ ਕਈ ਨਹੀਂ ਹੂੰ ਦਿੰਦੇ ਸੋ ਆਪਾਂ ਸੂਤ ਇਹ ਵੀ ਬਣਾਈ ਹੈਗੀ ਬੈਚ ਕਿ ਜੇ ਤੁਸੀਂ ਤੁਹਾਡੇ ਦੋਨੇ ਜੀ ਤੁਹਾਡੇ ਆਨੰਦ ਕਾਰਜ ਹੋਣ ਵਾਲੇ ਹਨ ਜਾਂ ਹੋ ਚੁੱਕੇ ਹਨ ਤੁਸੀਂ ਗੁਰਸਿੱਖ ਹੂੰ ਤੋਂ ਸਿੱਖਿਆ ਵੀ ਲੈ ਸਕਦੇ ਤੁਹਾਡੇ ਗਾਂ ਜ਼ਿੰਦਗੀ ਕਿੱਦਾਂ ਬਤੀਤ ਕਰਨੀ ਹੈ ਤੁਸੀਂ ਗ੍ਰਸਤ ਜੀਵਨ ਗੁਰਬਾਣੀ ਅਨੁਸਾਰ ਕਿਸ ਤਰ੍ਹਾਂ ਜੀਵਨ ਜੀਵਨਾ ਹੈਗਾ ਤੁਸੀਂ ਹਨਾ ਕਿਸ ਤਰ੍ਹਾਂ ਤੁਸੀਂ ਬੋਲੀ ਬੋਲਣੀ ਆ ਪਰਿਵਾਰ ਵਿੱਚ ਕਿੱਦਾਂ ਰਹਿਣਾ ਹੈਗਾ ਉਹ ਸਾਰਾ ਕੁਝ ਬਣਿਆ ਹੂੰ ਤੇ ਜਿਹੜੀ ਆਪਾਂ ਫੇਸ ਟੂ ਫੇਸ ਵਰਕਸ਼ਾਪ ਕਰਨੇ ਆ ਉਹ ਸਾਡੇ ਜਿਹੜੇ ਦੂਰੇ ਸੇਵਾਦਾਰ ਹੈਗੇ ਉਹਨਾਂ ਨੇ ਚਲਾਉਣਾ ਹੈਗਾ ਉਹ ਐਕਟੀਵਿਟੀ ਵੀ ਦੱਸਣੀ ਆ ਉਹ ਤਰੀਕੇ ਵੀ ਦੱਸਣੇ ਆ ਕਿਉਂਕਿ ਜਿੱਥੇ ਪਰਿਵਾਰ ਇਕੱਠੇ ਰਹਿੰਦੇ ਉੱਥੇ ਭਾਂਡੇ ਥੋੜੇ ਖੜਕਣੇ ਤਾਂ ਹੈਗੇ ਆ ਤੇ ਉਹਦੇ ਵਿੱਚ ਮੈਂ ਤੁਹਾਨੂੰ ਡੂੰਘਾਈ 'ਚ ਨਹੀਂ ਜਾ ਰਹੀ ਹੈ ਪਰ ਮੈਂ ਦੱਸਣ ਵਾਸਤੇ ਕਹਿਣ ਕਿ ਉਹ ਸਾਰਾ ਕੁਝ ਵਿੱਚ ਬਣਿਆ ਹੈਗਾ ਕਿ ਆਪਾਂ ਚਾਹੁੰਦੇ ਨਹੀਂ ਹੈ ਕਿ ਸਾਡੇ ਬੱਚੇ ਡਿਵੋਰਸ ਹੋਣ ਆਪਾਂ ਚਾਹੁੰਦੇ ਕਿ ਹੂੰ ਜਿਹੜਾ ਪਰਿਵਾਰ ਖੁਸ਼ ਆ ਖੜਿਆ ਰਵੇ ਇਹ ਹੱਸਦਾ ਖੇਡਦਾ ਨਿਭ ਹੂੰ ਜਾਵੇ ਤੇ ਜਿਹੜੇ ਆਨੰਦ ਜਦੋਂ ਵਧੀਆ ਹੁੰਦਾ ਆ ਤੇ ਇਹਦੇ ਰੰਗ ਮਨ ਨੂੰ ਬਹੁਤ ਨਾਈਸ ਆ ਤੇ ਗੁਰਬਾਣੀ ਦੇ ਵਿੱਚ ਹੂੰ ਤੁਹਾਡੀ ਭਗਤੀ ਵੀ ਬਹੁਤ ਨਾਈਸ ਤਰੀਕੇ ਨਾਲ ਜੀਵਨ ਬਤੀਤ ਹੋ ਸਕਦਾ ਆ ਤੁਹਾਡੀ ਭਗਤੀ ਵੀ ਵੱਧਦੀ ਆ ਜਦੋਂ ਤੁਸੀਂ ਸਿੱਖੀ ਤੇ ਤਾਰ ਕੇ ਤੁਸੀਂ ਪਰਿਵਾਰ ਨੂੰ ਉਸ ਰਾਹ ਪਾਓ ਤੇ ਕਈ ਵਾਰੀ ਹੋ ਹੂੰ ਸਕਦਾ ਆ ਕਿ ਸਾਨੂੰ ਮਿਹਨਤ ਕਰਨੀ ਪੈਂਦੀ ਆ ਕਿਸ ਤਰੀਕੇ ਨਾਲ ਉਹਦਾ ਹੱਲ ਲੱਭਣੋ ਪਰ ਉਹ ਵੀ ਤਰੀਕੇ ਹੈਗੇ ਆ ਜੀ ਜਦੋਂ ਆਪਾਂ ਗੱਲ ਵਿਚਾਰ ਕਰਦੇ ਹੈਗੇ ਹਨਾ ਸੋ ਜਿਹੜੇ ਜੀ ਸਾਡੇ ਸਟਰਕਚਰ ਉਸ ਤਰੀਕੇ ਨਾਲ ਬਣਾਈ ਆਪਾਂ ਵੈਬਿਨਾਰਸ ਕੀਤੇ ਆ ਵਰਕਸ਼ਾਪਸ ਰੱਖੇ ਹੈਗੇ ਆ ਰਿਸੋਰਸ ਰੱਖੇ ਹੋ ਵੀਡੀਓ ਪਾਉਣੀਆਂ ਤੇ ਹੁਣ ਇਸ ਵਕਤ ਸਾਡੇ ਸੇਵਾਦਾਰ
ਇੱਕ ਟੂਲ ਕਿਟ ਬਣਾ ਰਹੇ ਹੈਗੇ ਆ ਤੇ ਉਹ ਜੇ ਬਣ ਰਹੀ ਆ ਜਿਹਦੇ ਵਿੱਚ ਕਿ ਤੁਹਾਡਾ ਹੂੰ ਆਨੰਦ ਕਾਰਜ ਭਾਵੇਂ 10 ਸਾਲ ਹੋਇਆ ਹੋਵੇ, ਤੁਸੀਂ ਉਹ ਟੂਲ ਕਿਟ ਹੂੰ ਵਰਤ ਸਕਦੇ ਆ, ਦੇਖ ਸਕਦੇ ਆ ਕਿ ਮੇਰਾ ਗ੍ਰਸਤ ਜੀਵਨ ਕਿਸ ਤਰ੍ਹਾਂ ਦਾ ਹੈਗਾ ਆ, ਕਿਸ ਤਰੀਕੇ ਨਾਲ ਮੈਂ ਓਕੇ ਵਧੀਆ ਹੋਰ ਕਰ ਸਕਦਾ ਆ, ਜਿੱਥੇ ਮੇਰੇ ਘਟਨਾਵਾਂ ਹੂੰ ਉਹ ਕੀ ਹੈਗੀਆਂ। So just to clarify in English as well, if I may. So the Singing Core Introductions platform is not simply about matrimony. It's about the Anand Karaj to teach and give guidance on what the Anand Karaj is in accordance to Gurmat and Gurbani. But actually, what is the Gresti Jeevan? How can you overcome conflict? How can you have healthy, happy relationships? And what are the different strategies that you can do together as a married couple? And we've got Sevadars who have been married for numbers of years, who are great grandddads and so on, that will facilitate those different workshops. So there'll be workshops, webinars, and lots of other resource videos and PDFs. And so you've got a place, a platform that you can go to and you can ask questions. And our Sevadars can help you with that. We're really looking to make marriages rich and a lot more engaged with Sikhi and that Jivan. And hopefully that will then help your Jivan of spirituality with Bhakti as well. ਜੀ ਸੋ ਦਿਲਜੀਤ ਲਾਸਟ ਦੇ ਵਿੱਚ ਕਿਉਂਕਿ ਜਿਹੜਾ ਸਮਾਂ ਹੈਗਾ ਟਾਈਮ ਹੈਗਾ ਉਹ ਬਹੁਤ ਜਲਦੀ ਨਿਕਲਦਾ ਜਾ ਰਿਹਾ ਤੇ ਲਾਸਟ ਦੇ ਵਿੱਚ ਮੈਂ ਪੁੱਛਣਾ ਚਾਹੂੰਗੀ ਕਿ ਜੇ ਸਾਡੇ ਵਿਊਅਰਸ ਜਿਹੜੇ ਹੈਗੇ ਆ ਦਰਸ਼ਕ ਹੈਗੇ ਆ ਉਹਨਾਂ ਨੇ ਜੇ ਤੁਹਾਡੀ ਇਹ ਸਰਵਿਸ ਦੇ ਬਾਰੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਕੰਟੈਕਟ ਕਰਨਾ ਹੋਵੇ ਤਾਂ ਕਿਵੇਂ ਕਰ ਸਕਦੇ So singandcoreintroductions.com is the website. There's a chat function on there. Chat function ਤੁਸੀਂ ਟਾਈਪ ਕਰ ਸਕਦੇ ਆ. There's an email address. You can email me. ਉੱਥੇ email address ਤੁਸੀਂ ਮੈਨੂੰ email ਕਰ ਲਿਓ ਤੇ ਉਸ ਤੋਂ ਬਾਅਦ ਫਿਰ ਆਪਾਂ ਜੇ ਚਾਹੁੰਦੇ ਤੁਸੀਂ ਆਪਾਂ ਵੈਬਿਨਾਰ ਸੈੱਟ ਕਰ ਸਕਦੇ ਜਿੱਦਾਂ ਆਪਾਂ ਹੁਣ ਇਸ ਤਰ੍ਹਾਂ ਵਿਚਾਰ ਕਰ ਰਹੇ ਆ ਆਪਾਂ ਇਸ ਤਰ੍ਹਾਂ ਵੀ ਤੁਹਾਨੂੰ ਵਿਚਾਰ ਕਰ ਸਕਦੇ ਆ through phone calls or online platforms. It's not a problem. So ਕਈ ਤਰੀਕੇ ਹੈਗੇ ਹਨ ਤੁਸੀਂ ਵੈਬਸਾਈਟ ਤੇ ਜਾ ਕੇ details ਲੈ ਲਓ ਸਾਰੇ www.singcoreintroductions.com ਜੀ ਬਿਲਕੁਲ ਬਹੁਤ ਧੰਨਵਾਦ ਤੁਹਾਡਾ ਦਿਲਜੀਤ ਥੈਂਕ ਯੂ ਤੁਸੀਂ ਟਾਈਮ ਕੱਢਿਆ ਹੈਗਾ ਤੇ ਬਹੁਤ ਵਧੀਆ ਇਨਫੋਰਮੇਸ਼ਨ ਤੁਸੀਂ ਸਾਂਝੀ ਕੀਤੀ ਹੈਗੀ ਉਮੀਦ ਕਰਦੇ ਆ ਕਿ ਜਿਹੜੀ ਇਨਫੋਰਮੇਸ਼ਨ ਤੁਸੀਂ ਸਾਂਝੀ ਕੀਤੀ ਉਹਦੇ ਨਾਲ ਬਹੁਤ ਸਾਰੇ ਸਾਡੇ ਵਿਊਅਰਸ ਦਰਸ਼ਕਾਂ ਦਾ ਜਿਹੜਾ ਫਾਇਦਾ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਜਿਹੜੀ ਤੁਸੀਂ ਇਨਫੋਰਮੇਸ਼ਨ ਦਿੱਤੀ ਹੈਗੀ ਵੈਬਸਾਈਟ ਦੀ ਉਹ ਵੀ ਉਹਦੇ ਬਾਰੇ ਵੀ ਜਿਹੜੇ ਦਰਸ਼ਕਾਂ ਨੇ ਨੋਟ ਕਰ ਲਿਆ ਹੋਊਗਾ ਤੇ ਉਮੀਦ ਕਰਦੇ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਤੁਹਾਨੂੰ ਬਹੁਤ ਪਸੰਦ ਆਇਆ ਹੋਊਗਾ ਤੇ ਅਸੀਂ ਸਾਡੀ ਕੋਸ਼ਿਸ਼ ਹੋਏਗੀ ਕਿ ਜਿਹੜੀ ਇਹ ਵੈਬਸਾਈਟ ਤੁਸੀਂ ਇਹਦੀ ਜੋ ਵੀ ਇਨਫੋਰਮੇਸ਼ਨ ਇਹਨਾਂ ਨੇ ਦਿੱਤੀ ਹੈਗੀ ਆ ਸਿੱਖ ਚੈਨਲ ਦੇ ਵਿਊਅਰਸ ਵਾਸਤੇ ਇਹਨਾਂ ਵੱਲੋਂ ਤੁਹਾਨੂੰ ਡਿਸਕਾਊਂਟ ਵੀ ਦਿੱਤਾ ਜਾਏ ਤੇ ਇਹਦੇ ਬਾਰੇ ਅਸੀਂ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਅੱਗੇ ਵੀ ਲੈ ਕੇ ਆਵਾਂਗੇ ਸੋ ਬਹੁਤ ਧੰਨਵਾਦ ਥੈਂਕ ਯੂ ਤੁਹਾਡਾ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਸਾਡੇ ਦਰਸ਼ਕ ਮਾਫੀ ਦੇਣ ਯੋਗ ਨੇ ਤੇ ਇੱਥੇ ਫਤਿਹ ਬੁਲਾਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ